Students, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Today we are going to start next chapter, that is motion and time. In class 6 we have already learned about different types of motions. You learned that a motion could be along a straight line, ਕਿ ਜਿਹੜੀ motion ਆ ਉਹ ਕਿਸੇ straight line ਦੇ along ਵੀ ਹੋ ਸਕਦੀ ਆ. It could be circular or periodic, ਕਿ ਸਰਕੂਲਰ ਸਰਕਲ 'ਚ ਵੀ ਹੋ ਸਕਦੀ ਹੈ ਮੋਸ਼ਨ ਅਤੇ ਪੀਰੀਓਡਿਕ ਕਿ ਨਿਸ਼ਚਿਤ ਟਾਈਮ ਦੇ ਬਾਅਦ ਵੀ ਹੋ ਸਕਦੀ ਹੈ. ਹੁਣ ਉਹਨੇ ਕਿਹਾ ਕਿ ਕੀ ਤੁਹਾਨੂੰ ਯਾਦ ਉਹਨਾਂ ਮੋਸ਼ਨਸ ਦੇ ਬਾਰੇ, ਉਹਨਾਂ ਦੀਆਂ ਟਾਈਪਸ ਦੇ ਬਾਰੇ ਯਾਦ ਹੈ? ਜਿਹੜਾ ਨੀਚੇ ਟੇਬਲ ਸਾਨੂੰ ਦਿੱਤਾ ਗਿਆ 13.1, ਇਹਦੇ 'ਚ ਸਾਨੂੰ ਡਿਫਰੈਂਟ ਟਾਈਪਸ ਆਫ ਮੋਸ਼ਨਸ ਦੱਸੀਆਂ ਗਈਆਂ, ਜਿਵੇਂ ਸੋਲਜਰਸ ਇਨ ਏ ਮਾਰਚ ਪਾਸਟ, ਕਿ ਜਿਹੜੇ ਸਿਪਾਹੀ ਜਦੋਂ ਮਾਰਚ ਪਾਸ ਕਰਦੇ ਤੇ ਬਿਲਕੁਲ ਸਿੱਧੀ ਲਾਈਨ ਦੇ ਵਿੱਚ ਪਾਸ ਕਰਦੇ. ਇਟ ਮੀਨਸ ਕਿ ਮੋਸ਼ਨ ਅਲੋਂਗ ਏ ਸਟ੍ਰੇਟ ਲਾਈਨ. ਇੱਥੇ ਅਸੀਂ ਲਿਖ ਦਾਂਗੇ ਮੋਸ਼ਨ ਅਲੋਂਗ ਏ ਸਟ੍ਰੇਟ ਲਾਈਨ. ਬੁਲਕ ਕਾਰਟ ਮੂਵਿੰਗ ਔਨ ਏ ਸਟ੍ਰੇਟ ਰੋਡ, ਮਤਲਬ ਕਿ ਸਿੱਧੀ ਰੋਡ ਦੇ ਉੱਪਰ ਜਿਹੜਾ ਇੱਕ ਬੁਲਕ ਕਾਰਟ ਹੁੰਦਾ, ਯਾਨੀ ਕਿ ਜਿਹਨੂੰ ਐਨੀਮਲਸ ਖਿੱਚਦੇ ਆ, ਉਹ ਸਟ੍ਰੇਟ ਰੋਡ 'ਤੇ ਚੱਲ ਰਿਹਾ. ਇਟ ਮੀਨਸ ਕਿ ਦੈਟ ਇਜ਼ ਆਲਸੋ ਸਟ੍ਰੇਟ ਮੋਸ਼ਨ. ਹੈਂਡਸ ਆਫ ਐਨ ਐਥਲੀਟ ਇਨ ਏ ਰੇਸ, ਕਿ ਜਿਹੜਾ ਰੇਸ ਦੇ ਵਿੱਚ ਐਥਲੀਟ ਦੇ ਹੈਂਡਸ ਆ ਉਹ ਔਸੀਲੇਟਰੀ ਮੋਸ਼ਨ ਹੁੰਦੀ ਹੈ, ਯਾਨੀ ਕਿ ਕਦੀ ਅੱਗੇ ਮੂਵ ਕਰਦੇ ਆ ਕਦੀ ਪਿੱਛੇ. ਪੈਡਲ ਆਫ ਏ ਬਾਈਸਾਈਕਲ ਸਰਕੂਲਰ ਮੋਸ਼ਨ. ਮੋਸ਼ਨ ਆਫ ਦ ਅਰਥ ਅਰਾਊਂਡ ਦ ਸਨ, ਦੈਟ ਇਜ਼ ਆਲਸੋ ਸਰਕੂਲਰ ਮੋਸ਼ਨ. ਮੋਸ਼ਨ ਆਫ ਏ ਸਵਿੰਗ, ਝੂਲੇ ਦੀ ਮੋਸ਼ਨ ਜਿਹੜੀ ਦੈਟ ਇਜ਼ ਔਸੀਲੇਟਰੀ, ਯਾਨੀ ਕਿ ਕਦੀ ਅੱਗੇ ਜਾਂਦਾ ਝੂਲਾ ਕਦੀ ਪਿੱਛੇ ਜਾਂਦਾ. ਮੋਸ਼ਨ ਆਫ ਏ ਪੈਂਡੂਲਮ, ਇਹਦੀ ਵੀ ਜਿਹੜੀ ਮੋਸ਼ਨ ਆ ਦੈਟ ਇਜ਼ ਔਸੀਲੇਟਰੀ ਕਹਿ ਲਓ ਜਾਂ ਪੀਰੀਓਡਿਕ ਮੋਸ਼ਨ. ਹੁਣ ਉਹਨੇ ਕਿਹਾ ਕਿ ਇਹ ਜਿਹੜਾ ਕਾਮਨ ਐਕਸਪੀਰੀਅੰਸ ਆ ਕਿ ਮੋਸ਼ਨ ਜਿਹੜੀ ਕੁਛ ਆਬਜੈਕਟਸ ਦੀ ਮੋਸ਼ਨ ਆ ਦੈਟ ਇਜ਼ ਸਲੋ ਵਾਈਲ ਦਾ ਮੋਸ਼ਨ ਆਫ ਸਮ ਆਬਜੈਕਟਸ ਇਜ਼ ਫਾਸਟ, ਕਿ ਕੁਛ ਆਬਜੈਕਟਸ ਦੀ ਮੋਸ਼ਨ ਜਦੋਂ ਮੂਵ ਕਰਦੇ ਆ ਅਤੇ ਸਲੋ ਹੁੰਦੀ ਆ ਅਤੇ ਕੁਛ ਦੀ ਫਾਸਟ ਹੁੰਦੀ ਆ. ਹੁਣ ਸਲੋ ਔਰ ਫਾਸਟ ਉਹਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਵਹੀਕਲਸ ਜਿਹੜੇ ਆ ਉਹ ਦੂਜੇ ਵਹੀਕਲਸ ਦੇ ਨਾਲੋਂ ਜ਼ਿਆਦਾ ਫਾਸਟਰ ਮੂਵ ਕਰਦੇ ਆ. ਈਵਨ ਸੇਮ ਵਹੀਕਲ, ਉਹਨੇ ਕਿਹਾ ਕਿ ਜਿਹੜਾ ਇੱਕੋ ਜਿਹੇ ਵਹੀਕਲ ਆ ਉਹ ਫਾਸਟਰ, ਮਤਲਬ ਇੱਕੋ ਜਿਹੇ ਇਨ ਦਾ ਸੈਂਸ ਕਿ ਮੰਨ ਲਓ ਇੱਕੋ ਹੀ ਵਹੀਕਲ ਜਿਹੜਾ ਵਾ ਉਹਨੂੰ ਅਸੀਂ ਫਾਸਟਰ ਵੀ ਮੂਵ ਕਰ ਸਕਦੇ ਹਾਂ ਅਤੇ ਸਲੋਵਰ ਐਟ ਡਿਫਰੈਂਟ ਟਾਈਮਸ, ਕਿ ਅਲੱਗ-ਅਲੱਗ ਟਾਈਮ 'ਤੇ ਉਹਨੂੰ ਅਸੀਂ ਫਾਸਟ ਵੀ ਕਰ ਸਕਦੇ ਹਾਂ ਅਤੇ ਸਲੋ ਵੀ ਕਰ ਸਕਦੇ ਹਾਂ. ਹੁਣ ਉਹਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕੀ ਕੋਈ ਲਿਸਟ ਬਣਾ ਸਕਦੇ ਜੇ ਕਿ ਜਿਹਦੇ ਵਿੱਚ ਆਪਾਂ ਜਿਹੜੇ ਉਹ ਆਬਜੈਕਟਸ ਦੇ ਨੇਮ ਲਿਖੇ ਜਿਹੜੇ ਸਟ੍ਰੇਟ ਪਾਥ ਦੇ ਉੱਪਰ ਮੂਵ ਕਰਦੇ, ਯਾਨੀ ਕਿ ਸਟ੍ਰੇਟ ਮੋਸ਼ਨ ਦੇ ਵਿੱਚ ਮੂਵ ਕਰਦੇ ਹੋਣਗੇ. ਜਾਂ ਤੁਸੀਂ ਸਲੋ ਫਾਸਟ ਆਬਜੈਕਟਸ ਦੀ ਜਿਹੜੀ ਮੋਸ਼ਨ ਆ ਉਹਨੂੰ ਆਪਾਂ ਆਸਾਨੀ ਦੇ ਨਾਲ ਇਹਨਾਂ ਚੀਜ਼ਾਂ ਬਾਰੇ ਦੱਸ ਸਕਦੇ ਹਾਂ. ਉਹਨੇ ਕਿਹਾ ਕਿਵੇਂ ਅਸੀਂ ਡਿਸਾਈਡ ਕਰਾਂਗੇ ਕਿ ਵੈਦਰ ਆਬਜੈਕਟ ਇਜ਼ ਮੂਵਿੰਗ ਸਲੋ ਐਂਡ ਵਿਚ ਵਨ ਇਜ਼ ਮੂਵਿੰਗ ਫਾਸਟ, ਕਿ ਕੋਈ ਆਬਜੈਕਟ ਕਿੰਨਾ ਸਲੋ ਮੂਵ ਕਰ ਰਿਹਾ ਜਾਂ ਕੋਈ ਆਬਜੈਕਟ ਕਿੰਨਾ ਫਾਸਟ ਮੂਵ ਕਰ ਰਿਹਾ, ਇਹ ਕਿਵੇਂ ਕਰਾਂਗੇ, ਆਪਾਂ ਕਿਵੇਂ ਪਤਾ ਕਰਾਂਗੇ. ਉਹਨੇ ਕਿਹਾ ਜੇਕਰ ਵਹੀਕਲਸ ਜਿਹੜੇ ਆ ਉਹ ਕਿਸੇ ਰੋਡ ਦੇ ਉੱਪਰ ਇੱਕੋ ਡਾਇਰੈਕਸ਼ਨ 'ਚ ਮੂਵ ਕਰ ਰਹੇ ਆ ਅਤੇ ਅਸੀਂ ਆਸਾਨੀ ਨਾਲ ਦੱਸ ਸਕਦੇ ਹਾਂ ਕਿ ਉਹਨਾਂ ਦੇ ਵਿੱਚੋਂ ਕਿਹੜਾ ਵਹੀਕਲ ਜਿਹੜਾ ਵਾ ਉਹ ਜ਼ਿਆਦਾ ਤੇਜ਼ ਚੱਲ ਰਿਹਾ ਵਾ. ਉਹਨਾਂ ਨੇ ਕਿਹਾ ਕਿ ਐਕਟੀਵਿਟੀ ਦੱਸੀ ਹੋਈ ਆ ਕਿ ਇੱਥੇ ਕੁਛ ਵਹੀਕਲਸ ਜਿਹੜੇ ਆ ਉਹ ਇੱਕੋ ਡਾਇਰੈਕਸ਼ਨ ਨੂੰ ਮੂਵ ਕਰ ਰਹੇ ਆ. ਹੁਣ ਇਹਨਾਂ 'ਚੋਂ ਅਸੀਂ ਆਸਾਨੀ ਨਾਲ ਦੱਸ ਸਕਦੇ ਹਾਂ ਕਿ ਕਿਹੜੀ ਸਭ ਤੋਂ ਜ਼ਿਆਦਾ ਤੇਜ਼ ਵਹੀਕਲ ਜਿਹੜੀ ਆ ਉਹ ਮੂਵ ਕਰ ਰਹੀ ਆ. ਅਤੇ ਫਿਰ ਉਸ ਤੋਂ ਨੈਕਸਟ ਪਿਕਚਰ ਦੇ ਵਿੱਚ ਜਿਹੜੀ ਜਿਵੇਂ ਬਲਿਊ ਕਾਰ ਪਹਿਲਾਂ ਪਿੱਛੇ ਸੀਗੀ, ਫਿਰ ਬਲਿਊ ਕਾਰ ਸਭ ਤੋਂ ਅੱਗੇ ਆ ਗਈ. ਇਟ ਮੀਨਸ ਕਿ ਜਿਹੜੀ ਬਲਿਊ ਕਾਰ ਆ ਦੈਟ ਇਜ਼ ਮੂਵ ਫਾਸਟਰ ਦੈਨ ਅਦਰ ਕਾਰਸ, ਕਿ ਇਹ ਸਭ ਤੋਂ ਜ਼ਿਆਦਾ ਫਾਸਟ ਮੂਵ ਕਰ ਰਹੀ ਆ. ਹੁਣ ਇਹਨੂੰ ਅਸੀਂ ਦੱਸਣ ਦੇ ਲਈ ਇੰਝ ਵੀ ਕਹਿ ਸਕਦੇ ਹਾਂ ਕਿ ਜਿਹੜੀ ਆਬਜੈਕਟ ਜਾਂ ਜਿਹੜੀ ਕਾਰ ਜਿੰਨੇ ਘੱਟ ਟਾਈਮ ਦੇ ਵਿੱਚ ਜ਼ਿਆਦਾ ਫਾਸਲਾ ਤੈਅ ਕਰੇਗੀ ਉਨੀ ਉਹਦੀ ਸਪੀਡ ਜਿਹੜੀ ਆ ਉਹ ਜ਼ਿਆਦਾ ਹੋਏਗੀ. ਕਿ ਨੇ ਕਿਹਾ ਕਿ ਜਿਹਦੀ ਸਪੀਡ ਜਿਹੜੀ ਆ ਦੈਟ ਇਜ਼ ਦਾ ਹਾਈਐਸਟ, ਸਭ ਤੋਂ ਜ਼ਿਆਦਾ ਹਾਈਐਸਟ ਆ, ਉਹਨੂੰ ਅਸੀਂ ਸਾਡੇ ਲਈ ਡਿਸਾਈਡ ਕਰਨਾ ਸੌਖਾ ਹੋ ਜਾਂਦਾ ਵਾ. ਕਿ ਜਿਵੇਂ ਮੰਨ ਲਓ 100 ਮੀਟਰ ਰੇਸ ਹੀ ਆ, 100 ਮੀਟਰ ਰੇਸ ਦੇ ਵਿੱਚ ਸਾਨੂੰ ਆਸਾਨੀ ਦੇ ਨਾਲ ਜਿਹੜੀ ਡਿਸਾਈਡ ਕਰ ਸਕਦੇ ਹਾਂ ਕਿ ਹੂ ਸਪੀਡ ਇਜ਼ ਦਾ ਹਾਈਐਸਟ, ਕਿਹਦੀ ਸਪੀਡ ਹਾਈਐਸਟ ਆ. ਉਹ ਕਿਵੇਂ ਸਾਨੂੰ ਡਿਸਾਈਡ ਕਰਨਾ ਸੌਖਾ ਹੁੰਦਾ ਕਿ ਜਿਹੜਾ ਪਰਸਨ
ਸਭ ਤੋਂ ਘੱਟ ਟਾਈਮ ਲੈਂਦਾ ਵਾ 100 ਮੀਟਰ ਦੇ ਫਾਸਲੇ ਨੂੰ ਤੈਅ ਕਰਨ ਲਈ। ਇਟ ਮੀਨਸ ਕਿ ਉਹਦੀ ਸਪੀਡ ਸਭ ਤੋਂ ਜ਼ਿਆਦਾ ਵਾ। ਔਰ ਨੈਕਸਟ ਸਪੀਡ ਹੁੰਦੀ ਕੀ ਆ? ਸਪੀਡ ਹੁੰਦੀ ਆ ਦਾ ਡਿਸਟੈਂਸ ਟਰੈਵਲਡ ਬਾਈ ਐਨ ਆਬਜੈਕਟ ਇਨ ਗਿਵਨ ਟਾਈਮ। ਕਿ ਸਪੀਡ ਹੁੰਦੀ ਆ ਕਿ ਟੋਟਲ ਡਿਸਟੈਂਸ ਕਿੰਨਾ ਫਾਸਲਾ ਕਿਸੇ ਆਬਜੈਕਟ ਨੇ ਗਿਵਨ ਟਾਈਮ ਦੇ ਵਿੱਚ ਤੈਅ ਕੀਤਾ, ਉਹਨੂੰ ਅਸੀਂ ਉਸ ਚੀਜ਼ ਦੀ ਸਪੀਡ ਕਹਿ ਸਕਦੇ ਹਾਂ। ਹੁਣ ਇਹ ਜਿਹੜੀ ਸਪੀਡ ਆ, ਇੱਥੇ ਜਿਵੇਂ ਇਹਨੇ ਡੈਫੀਨੇਸ਼ਨ ਵੀ ਦਿੱਤੀ ਹੋਈ ਆ ਕਿ ਜਿਹੜੀ ਸਪੀਡ ਆ, ਸਪੀਡ ਇਜ਼ ਦਾ ਟੋਟਲ ਡਿਸਟੈਂਸ ਕਵਰਡ ਡਿਵਾਈਡਡ ਬਾਈ ਦਾ ਟੋਟਲ ਟਾਈਮ ਟੇਕਨ। ਉਹੀ ਜੋ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਿੰਨਾ ਡਿਸਟੈਂਸ, ਜਿੰਨਾ ਫਾਸਲਾ ਕਿਸੇ ਆਬਜੈਕਟ ਨੇ ਗਿਵਨ ਟਾਈਮ ਦੇ ਵਿੱਚ ਤੈਅ ਕੀਤਾ, ਉਹਨੂੰ ਅਸੀਂ ਉਸ ਚੀਜ਼ ਦੀ ਸਪੀਡ ਕਹਿ ਸਕਦੇ ਹਾਂ। ਹੁਣ ਇਹ ਜਿਹੜੀ ਮੋਸ਼ਨ ਆ ਦੈਟ ਇਜ਼ ਆਲਸੋ ਆਫ ਟੂ ਟਾਈਪਸ, ਨੋਨ ਯੂਨੀਫਾਰਮ ਮੋਸ਼ਨ ਅਤੇ ਯੂਨੀਫਾਰਮ ਮੋਸ਼ਨ। ਹੁਣ ਅਸੀਂ ਆਪਣੀ ਐਵਰੀਡੇ ਲਾਈਫ ਦੇ ਵਿੱਚ ਦੇਖਦੇ ਹਾਂ ਕਿ ਕੁਛ ਆਬਜੈਕਟਸ ਜਿਹੜੇ ਆ ਉਹ ਕੌਨਸਟੈਂਟ ਸਪੀਡ ਦੇ ਨਾਲ ਲੰਬੇ ਡਿਸਟੈਂਸਿਸ ਤੱਕ ਜਾਂ ਲੌਂਗ ਡਿਊਰੇਸ਼ਨਸ ਤੱਕ ਚੱਲ ਸਕਦੇ ਆ। ਔਰ ਉਹ ਜਿਹੜੇ ਉਸ ਆਬਜੈਕਟ ਦੀ ਜੇ ਸਪੀਡ ਸਟਰੇਟ ਲਾਈਨ ਦੇ ਅਲੋਂਗ ਮੂਵ ਕਰਦਿਆਂ ਚੇਂਜ ਕਰਦੀ ਹੈ, ਯਾਨੀ ਕਿ ਮੰਨ ਲਓ ਪਹਿਲਾਂ ਉਹਦੀ ਸਪੀਡ ਸੀ 40, ਫਿਰ 60 ਕਰ ਲਈ, ਫਿਰ 80 ਕਰ ਲਈ, ਫਿਰ 100 ਕਰ ਲਈ। ਇਸ ਤਰ੍ਹਾਂ ਜਿਹਦੀ ਜਿਹੜੀ ਸਪੀਡ ਆ ਉਹ ਅਸੀਂ ਕੀਪਸ ਔਨ ਚੇਂਜਿੰਗ, ਕਿ ਬਦਲਦੀ ਰਹੇ। ਉਸ ਮੋਸ਼ਨ ਨੂੰ ਅਸੀਂ ਫਿਰ ਕੀ ਕਹਾਂਗੇ? ਨੋਨ ਯੂਨੀਫਾਰਮ ਮੋਸ਼ਨ, ਯਾਨੀ ਕਿ ਕੌਨਸਟੈਂਟ ਨਹੀਂ ਹੁੰਦੀ। ਕਦੀ 40 ਹੋ ਗਈ, ਕਦੀ 60 ਹੋ ਗਈ, ਕਦੀ 80 ਹੋ ਗਈ, ਉਹਨੂੰ ਆਪਾਂ ਕਿਹੜੀ ਮੋਸ਼ਨ ਕਹਿੰਦੇ ਹਾਂ? ਨੋਨ ਯੂਨੀਫਾਰਮ ਮੋਸ਼ਨ। ਅਤੇ ਦੂਜੀ ਸਾਈਡ 'ਤੇ ਜਿਹੜੇ ਆਬਜੈਕਟ ਸਟਰੇਟ ਲਾਈਨ ਦੇ ਅਲੋਂਗ ਇੱਕ ਕੌਨਸਟੈਂਟ ਸਪੀਡ ਦੇ ਨਾਲ ਚੱਲਦੇ ਆ। ਕੌਨਸਟੈਂਟ ਸਪੀਡ ਮਤਲਬ ਇੱਕੋ ਸਪੀਡ ਦੇ ਨਾਲ। ਮੰਨ ਲਓ ਜੇਕਰ ਅਸੀਂ ਵਹੀਕਲ 40 ਦੀ ਸਪੀਡ 'ਤੇ ਚਲਾ ਰਹੇ ਹਾਂ ਅਤੇ ਜਿੰਨਾ ਫਾਸਲਾ ਅਸੀਂ ਤੈਅ ਕਰਨਾ ਉਹ 40 ਦੀ ਸਪੀਡ ਦੇ ਨਾਲ ਹੀ ਤੈਅ ਕਰੀਏ, ਉਸ ਮੋਸ਼ਨ ਨੂੰ ਫਿਰ ਕਿਹੜੀ ਮੋਸ਼ਨ ਕਹਿੰਦੇ ਹਾਂ ਆਪਾਂ? ਯੂਨੀਫਾਰਮ ਮੋਸ਼ਨ। ਅਤੇ ਇਸ ਤਰ੍ਹਾਂ ਇਹ ਜਿਹੜੀ motion that is of two types, non-uniform motion and uniform motion. I hope you all have understood this topic very well. Thank you.